ਕੀ ਕਹਿਣਾ ਚਾਹੋਗੇ ਅੱਜ ਕਿਉਂ ਤੁਹਾਨੂੰ ਜਿਹੜਾ ਇੱਥੇ ਫਿਰ ਤੋਂ ਜਿਹੜਾ ਆਉਣਾ ਪੈ ਗਿਆ? अंग खिलारे गए सी, जिथे सुटे गए सी पिछले दिन ही उत्थे उन्होंने जिहड़ी सैट है वो लैके गए सी। अज उन्होंने पेश करना सी, असी अपना पक्ष रखण वास्ते अज असी इत्थे हाज़र होए हैं। कि डेरा प्रेमियों की उन्होंने परिवारों की तो उन्होंने परिवार ये कह रहे हैं कि जिहड़ियां सरकारां सियासी लाहा लैण लई जिहड़ा उन्होंने वार-वार क्योंकि पहलां भी गिरफ्तारी हुई सी ये उन्होंने हुण आख्या परिवारां ने ये जदों तो संघर्ष चलिया है 15 तो लैके उदों इन्हां ने कित्थे गए सी। ये ਅਸੀਂ ਤਾਂ ਮੁੱਢ ਤੋਂ ਲੈ ਕੇ ਹੀ ਆਖਿਆ ਵੀ ਜਿਹੜੇ ਦੋਸ਼ੀ ਹੈ ਉਹ ਸਾਹਮਣੇ ਆਉਣੇ ਚਾਹੀਦੇ ਆ ਤੇ ਦੋਸ਼ੀ ਇਹ ਕਲੀਅਰ ਹੈ। ਸਰਕਾਰ ਨੇ ਵੀ ਕਹਿਤਾ, ਵਿਧਾਨ ਸਭਾ ਦੇ ਵਿੱਚ ਰਿਪੋਰਟ ਜਸਟ ਰਣਜੀਤ ਸਿੰਘ ਦੀ ਰਿਪੋਰਟ ਨੇ ਆਖਿਆ, ਕਮਰ ਵਿਜੇ ਪ੍ਰਤਾਪ ਦੀ ਰਿਪੋਰਟ ਨੇ ਆਖਿਆ। ਇਹਨਾਂ ਨੂੰ ਅਕਾਲੀ ਦਲ ਵਾਲੇ ਉਤਸ਼ਾਹ ਕਰ ਰਹੇ ਆ ਵੀ ਤੁਸੀਂ ਉੱਠ ਕੇ ਖੜੇ ਹੋਵੋ, ਪ੍ਰੈਸ ਕਾਨਫਰੰਸਾਂ ਕਰੋ, ਬਿਆਨ ਦਿਓ। ਸਾਰੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਅਕਾਲੀ ਆਗੂਆਂ ਦੀਆਂ ਡਿਊਟੀਆਂ ਲਾਈਆਂ ਵੀ ਹੁਣ ਹਾਈ ਕੋਰਟ ਦਾ ਜਿਹੜਾ ਆਇਆ ਫੈਸਲਾ ਉਹਦਾ ਪ੍ਰਚਾਰ ਕਰ ਦਿਓ। ਸੁਖਬੀਰ ਬਾਦਲ ਦਾ ਬਿਆਨ ਸੀ, ਕਹਿੰਦਾ ਅਸੀਂ ਹੁਣ ਵਾਲੀ ਸਿੱਟ ਨੂੰ ਸਹਿਯੋਗ ਕਰਾਂਗੇ। ਪਹਿਲਾਂ ਵਾਲੀਆਂ ਸਿੱਟਾਂ ਦੇ ਇਹਨਾਂ ਨੇ ਕਾਪੀਆਂ ਪਾੜ ਕੇ ਤੇ ਥੱਲੇ ਸਿੱਟ ਦਿੱਤੀਆਂ ਤੇ ਹੁਣ ਉੱਥੋਂ ਸਮਝ ਲਓ ਸਾਰੀ ਜਿਹੜੀ ਗੇਮ ਆ ਜਿਹੜੀ ਉਹ ਰਲੀ ਹੋਈ ਹੈ। ਅਰਦਾਸ ਦੇ ਵਿੱਚ ਗੁਰਮੀਤ ਰਾਮ ਰਹੀਮ ਦਾ ਨਾਂ ਲਿਆ, ਮੋਦੀ ਦਾ ਲਿਆ, ਉਹ ਸਮਝ ਲਓ ਸਾਰੀ ਇੱਕ ਚਾਲ ਤਹਿਤ ਹੀ ਸਾਰਾ ਬੁਣਿਆ ਜਾ ਰਿਹਾ ਤਾਣਾ ਬਾਣਾ। ਇਹ ਕੋਈ ਮਤਲਬ ਨਿੱਕੀ ਗੱਲ ਨਹੀਂ ਉੱਥੇ। ਤੇ ਇਹ ਡੇਰਾ ਪ੍ਰੇਮੀਆਂ ਦੀ ਚਾਲ ਆ ਵੀ ਹੁਣ ਇਸ ਮਸਲੇ ਨੂੰ ਹੋਰ ਪਾਸੇ ਲਿਜਾ ਦਿਓ ਤੇ ਸੁਖਬੀਰ ਬਾਦਲ ਨੂੰ ਖੜਾ ਕਰੋ। ਅਸਲ ਦੋਸ਼ੀ ਜਿਹੜੇ ਸਾਹਮਣੇ ਆਉਣੇ ਚਾਹੀਦੇ ਉਹ ਅਸਲ ਦੋਸ਼ੀ ਕੌਣ ਹੈ? ਕਿਉਂਕਿ ਡੇਰਾ ਪ੍ਰੇਮੀ ਦੇ ਜਿਹੜੇ ਪਰਿਵਾਰ ਆ ਉਹਨਾਂ ਨੇ ਵੀ ਇਹੀ ਕਿਹਾ ਕਿ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ। ਸਾਡੇ ਜਿਹੜੇ ਮੈਂਬਰਾਂ ਨੂੰ ਕਿਉਂ ਵਾਰ-ਵਾਰ ਜਿਹੜਾ ਗ੍ਰਿਫਤਾਰ ਕੀਤਾ ਜਾ ਰਿਹਾ? ਅਸਲ ਦੋਸ਼ੀ ਇਹੀ ਹੈ। ਇਹਨਾਂ ਦੇ ਬੈਕਗਰਾਊਂਡ ਜਿਹੜਾ ਉਹ ਅਕਾਲੀ ਦਲ ਹੈ, ਉਹਨਾਂ ਨੇ ਹਮਾਇਤ ਕੀਤੀ ਹੈ, ਉਹਨਾਂ ਨੂੰ ਛਤਰੀ ਦਿੱਤੀ ਹੈ, ਸੁਰੱਖਿਆ ਦੀ ਫੋਟੋਆਂ ਦੀ ਤੇ ਫਿਲਮ ਚਲਾਉਣ ਦੀ ਪ੍ਰਵਾਨਗੀ ਦਿੱਤੀ ਸੀ ਤੇ ਦੰਗੇ ਭੜਕਾਉਣ ਦੀ ਇੱਕ ਮੋਗੇ ਦੇ ਵਿੱਚ ਇਹਨਾਂ ਨੇ ਉਦੋਂ ਸਾਰਾ ਕੁਝ ਕੀਤਾ। ਉਹ ਸਾਹਮਣੇ ਇਹਨਾਂ ਦੇ ਪਰਚੇ ਵੀ ਜਿਹੜੇ ਪਹਿਲਾਂ ਵੀ ਇਹਨਾਂ ਤੇ ਹੋਏ ਵੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜੀਤ ਸਿੰਘ ਰਮਾਣਾ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਜਿਹੜਾ ਮਾਮਲਾ ਫਿਰ ਤੋਂ ਭਖਦਾ ਨਜ਼ਰ ਆ ਰਿਹਾ ਹੈ। ਕਿਉਂਕਿ ਜੇਕਰ ਗੱਲ ਕਰੀਏ ਤਾਂ ਤਿੰਨੋਂ ਮਾਮਲਿਆਂ ਦੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ, ਕੋਟਕਪੂਰਾ ਗੋਲੀकांड ਮਾਮਲੇ ਨੂੰ ਲੈ ਕੇ ਤੇ ਬਾਈਬਲ ਕਲਾਂ ਗੋਲੀकांड ਮਾਮਲੇ ਨੂੰ ਲੈ ਕੇ ਤਿੰਨੋਂ ਮਾਮਲਿਆਂ ਦੀਆਂ ਜਿਹੜੀਆਂ ਨਵੀਆਂ ਜਾਂਚ ਟੀਮਾਂ ਬਣਾ ਦਿੱਤੀਆਂ ਗਈਆਂ ਤੇ ਉਹਨਾਂ ਵੱਲੋਂ ਜਿਹੜੀ ਆਪਣੀ ਜਿਹੜੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਪਿਛਲੇ ਦਿਨੀ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜਿਹੜੀ ਨਵੀਂ ਜਿਹੜੀ SIT ਬਣੀ ਸੀ ਉਹਨਾਂ ਵੱਲੋਂ ਜਿਹੜਾ 6 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀਗਾ। ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਵੀ ਹਾਸਲ ਕੀਤਾ ਗਿਆ ਸੀਗਾ। ਤਾਂ ਅੱਜ ਕੁਝ ਜਥੇਬੰਦੀਆਂ ਦੇ ਲੋਕ ਜਿਹੜੇ ਹੈਗੇ ਆ ਫਰੀਦਕੋਟ ਦੇ ਵਿੱਚ ਪਹੁੰਚੇ ਆ, ਉਹਨਾਂ ਨਾਲ ਗੱਲਬਾਤ ਕਰਦੇ ਆ। ਕੀ ਨਾਂ ਜੀ, ਕੀ ਕਹਿਣਾ ਚਾਹੋਗੇ ਅੱਜ ਕਿਉਂ ਤੁਹਾਨੂੰ ਜਿਹੜਾ ਇੱਥੇ ਫਿਰ ਤੋਂ ਜਿਹੜਾ ਆਉਣਾ ਪੈ ਗਿਆ? ਦਾਸ ਰਣਜੀਤ ਸਿੰਘ ਬਾਂਦਰ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਜਿਹੜੇ ਬੇਅਦਬੀ ਦੇ ਦੋਸ਼ੀ ਸੀ, ਜੋ ਪਹਿਲਾਂ ਵੀ DIG ਖੱਟੜੇ ਨੇ ਫੜ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਦੁਬਾਰਾ ਉਹਨਾਂ ਨੂੰ ਹੁਣ ਫਿਰ DIG ਖੱਟੜੇ ਨੂੰ ਬਦਲ ਕੇ ਤੇ ਪਰਮਾਰ ਜਿਹੜਾ ਉਹ ਮੁਖੀ ਲਾਇਆ ਗਿਆ ਸਿੱਟ ਦਾ। ਇਹ ਬੇਅਦਬੀ ਦਾ ਜਿਹੜਾ ਕੇਸ ਹੈ ਬਾਜਾਖਾਨਾ ਵਿਖੇ ਦਰਜ ਹੈ, 63 ਨੰਬਰ ਚੋਰੀ ਦਾ ਤੇ ਮੁਕੱਦਮਾ ਨੰਬਰ 117 ਤੇ 128 ਜਿਹੜੇ ਅੰਗ ਖਿਲਾਰੇ ਸੀ। ਉਹਦੇ ਵਿੱਚ ਜਿਹੜੇ ਦੋਸ਼ੀ ਸੀ 23-24 ਜਿਹੜੇ ਸਰਕਾਰ ਨੇ ਜਿਹੜੇ ਸਾਹਮਣੇ ਕੀਤੇ ਸੀ, ਉਹਨਾਂ ਨੂੰ ਦੁਬਾਰਾ ਹੁਣ ਸਿੱਟ ਨੇ ਜਿਹੜਾ ਉਹ ਗ੍ਰਿਫਤਾਰ ਕੀਤਾ। ਉਹਨਾਂ ਦੀ ਅੱਜ ਇੱਥੇ ਪੇਸ਼ੀ ਸੀ, ਉਹਨਾਂ ਦਾ ਰਿਮਾਂਡ ਚੱਲ ਰਿਹਾ ਸੀ। ਉਹਨਾਂ ਨੂੰ ਉਸ ਜਗ੍ਹਾ ਦੇ ਉੱਤੇ ਲਿਜਾਇਆ ਗਿਆ ਜਿੱਥੇ ਅੰਗ ਖਿਲਾਰੇ ਗਏ ਸੀ, ਜਿੱਥੇ ਸੁੱਟੇ ਗਏ ਸੀ। ਪਿਛਲੇ ਦਿਨ ਹੀ ਉੱਥੇ ਉਹਨਾਂ ਨੂੰ ਜਿਹੜੀ ਸਿੱਟ ਹੈ ਉਹ ਲੈ ਕੇ ਗਏ ਸੀ। ਅੱਜ ਉਹਨਾਂ ਨੂੰ ਪੇਸ਼ ਕਰਨਾ ਸੀ। ਅਸੀਂ ਆਪਣਾ ਪੱਖ ਰੱਖਣ ਵਾਸਤੇ ਅੱਜ ਅਸੀਂ ਇੱਥੇ ਹਾਜ਼ਰ ਹੋਏ ਹਾਂ। ਰਣਜੀਤ ਜੀ, ਇੱਕ ਪਾਸੇ ਤੁਸੀਂ ਇਤਰਾਜ਼ ਜਤਾ ਰਹੇ ਹੋ, ਦੂਜੇ ਪਾਸੇ ਜੇਕਰ ਗੱਲ ਕਰੀਏ ਡੇਰਾ ਪ੍ਰੇਮੀਆਂ ਦੀ, ਉਹਨਾਂ ਦੇ ਪਰਿਵਾਰਾਂ ਦੀ, ਤੇ ਉਹਨਾਂ ਦੇ ਪਰਿਵਾਰ ਇਹ ਕਹਿ ਰਹੇ ਆ ਕਿ ਜਿਹੜੀਆਂ ਸਰਕਾਰਾਂ ਸਿਆਸੀ ਲਾਹਾ ਲੈਣ ਲਈ ਜਿਹੜਾ ਉਹਨਾਂ ਨੂੰ ਵਾਰ-ਵਾਰ ਕਿਉਂਕਿ ਪਹਿਲਾਂ ਵੀ ਗ੍ਰਿਫਤਾਰੀ ਹੋਈ ਸੀ, ਪਹਿਲਾਂ ਵੀ ਜਿਹੜੀ ਉਹਨਾਂ ਦੀ ਜਿਹੜਾ CBI ਦੀ ਗੱਲ ਕਰੀਏ ਤਾਂ ਉਹਨਾਂ ਨੇ ਕਲੋਜ਼ਰ ਰਿਪੋਰਟ ਦੇ ਕੇ ਉਹਨਾਂ ਨੂੰ ਜਿਹੜਾ ਕਲੀਨ ਚਿੱਟ ਵੀ ਦੇ ਦਿੱਤੀ ਗਈ ਸੀ। ਹੁਣ ਉਹਨਾਂ ਨੂੰ ਜਿਹੜਾ ਸਿਆਸੀ ਤੌਰ 'ਤੇ ਲਾਹਾ ਲੈਣ ਲਈ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਲੋਕ ਹੈ ਜਾਂ ਉਹਨਾਂ ਦੇ ਜਿਹੜੇ ਮੈਂਬਰ ਹੈ ਉਹਨਾਂ ਨੇ ਕੋਈ ਵੀ ਅਜਿਹੀ ਜਿਹੜੀ ਕੰਮ ਨਹੀਂ ਕੀਤਾ ਗਾ। ਕਿਉਂਕਿ ਉਹਨਾਂ ਦਾ ਨਾਲ ਇਹ ਵੀ ਕਹਿਣਾ ਸੀ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਦੂਰ ਦੀ ਗੱਲ ਅਸੀਂ ਸੋਚ ਵੀ ਨਹੀਂ ਸਕਦੇ। ਇਹ ਉਹਨਾਂ ਨੇ ਹੁਣ ਆਖਿਆ ਪਰਿਵਾਰਾਂ ਨੇ, ਇਹ ਜਦੋਂ ਤੋਂ ਸੰਘਰਸ਼ ਚੱਲਿਆ ਹੈ 15 ਤੋਂ ਲੈ ਕੇ ਉਦੋਂ ਇਹਨਾਂ ਨੇ ਕਿੱਥੇ ਗਏ ਸੀ। ਇਹ ਅਸੀਂ ਤਾਂ ਮੁੱਢ ਤੋਂ ਲੈ ਕੇ ਹੀ ਆਖਿਆ ਵੀ ਜਿਹੜੇ ਦੋਸ਼ੀ ਹੈ ਉਹ ਸਾਹਮਣੇ ਆਉਣੇ ਚਾਹੀਦੇ ਆ ਤੇ ਦੋਸ਼ੀ ਇਹ ਕਲੀਅਰ ਹੈ।
ਸਰਕਾਰ ਨੇ ਵੀ ਕਹਿਤਾ, ਵਿਧਾਨ ਸਭਾ ਦੇ ਵਿੱਚ ਰਿਪੋਰਟ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੇ ਆਖਿਆ, ਕਮਰ ਵਿਜੇ ਪ੍ਰਤਾਪ ਦੀ ਰਿਪੋਰਟ ਨੇ ਆਖਿਆ, ਤੇ ਉੱਥੋਂ ਐਮਐਲਏ ਸੀ ਉਹਨਾਂ ਨੇ ਆਖਿਆ ਵੀ ਡੇਰਾ ਸਿਰਸਾ ਦੇ ਜਿਹੜੇ ਇਹਨਾਂ ਨੇ ਸਕੀਮ ਬਣਾਈ, ਮਹਿੰਦਰਪਾਲ ਬਿੱਟੂ ਜਿਹੜਾ ਧੂਰੀ ਤੋਂ ਹੈ, ਬਰੇਟੇ ਤੋਂ ਹੈ, ਜਿਨ੍ਹਾਂ ਨੇ ਡੇਰੇ ਦੇ ਵਿੱਚ ਕਰੋੜਾਂ ਦੀ ਡੀਲ ਹੋਈ ਤੇ ਉਹਦੇ ਵਿੱਚ ਪਹਿਲਾਂ ਅਕਸ਼ੇ ਕੁਮਾਰ ਦੀ ਮੀਟਿੰਗ ਹੋਈ, ਸਾਰਾ ਕਲੀਅਰ ਹੋ ਚੁੱਕਾ ਇਹ ਲੋਕਾਂ ਦੇ ਸਾਹਮਣੇ ਹੈ। ਤੇ ਇਹ ਪਰਿਵਾਰ ਹੈ ਜਿਹੜੇ ਇਹਨਾਂ ਨੂੰ ਪਹਿਲਾਂ ਬੋਲਣਾ ਚਾਹੀਦਾ ਸੀ, ਤੇ ਜਿਹੜੇ ਦੋਸ਼ੀ ਇਹਨਾਂ ਨੂੰ ਤਾਂ ਸਜ਼ਾ ਇਹਨਾਂ ਨੂੰ ਵੀ ਕਹਿਣਾ ਚਾਹੀਦਾ, ਜੇ ਇਹਨਾਂ ਨੇ ਮਾੜਾ ਕੀਤਾ ਤੇ ਵੀ ਜਿਹੜੇ ਇਹਨਾਂ ਨੂੰ ਸਜ਼ਾ ਜਿਹੜੀ ਉਹ ਵੱਧ ਤੋਂ ਵੱਧ ਇਹਨਾਂ ਨੂੰ ਮਿਲਣੀ ਚਾਹੀਦੀ ਹੈ। ਇਹ ਬਿਲਕੁਲ ਇਹਨਾਂ ਦੀ ਜਿਹੜੀ ਜਾਣ ਕੇ ਹੁਣ ਇਹਨਾਂ ਨੂੰ ਚੱਕ ਕੌਣ ਰਿਹਾ, ਸਾਨੂੰ ਸਾਰਾ ਪਤਾ। ਇਹਨਾਂ ਨੂੰ ਅਕਾਲੀ ਦਲ ਵਾਲੇ ਉਤਸ਼ਾਹ ਕਰ ਰਹੇ ਆ ਵੀ ਤੁਸੀਂ ਉੱਠ ਕੇ ਖੜੇ ਹੋ, ਪ੍ਰੈਸ ਕਾਨਫਰੰਸਾਂ ਕਰੋ, ਬਿਆਨ ਦਿਓ। ਸਾਰੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਅਕਾਲੀ ਆਗੂਆਂ ਦੇ ਡਿਊਟੀਆਂ ਲਾਈਆਂ ਵੀ ਹੁਣ ਹਾਈ ਕੋਰਟ ਦਾ ਜਿਹੜਾ ਆਇਆ ਫੈਸਲਾ ਉਹਦਾ ਪ੍ਰਚਾਰ ਕਰ ਦਿਓ। ਸੁਖਬੀਰ ਬਾਦਲ ਦਾ ਬਿਆਨ ਸੀ, ਕਹਿੰਦਾ ਅਸੀਂ ਹੁਣ ਵਾਲੀ ਸਿੱਟ ਨੂੰ ਸਹਿਯੋਗ ਕਰਾਂਗੇ। ਪਹਿਲਾਂ ਵਾਲੀਆਂ ਸਿੱਟਾਂ ਦੀਆਂ ਇਹਨਾਂ ਨੇ ਕਾਪੀਆਂ ਪਾੜ ਕੇ ਤੇ ਥੱਲੇ ਸਿੱਟ ਦਿੱਤੀਆਂ, ਤੇ ਹੁਣ ਉੱਥੋਂ ਸਮਝ ਲਓ ਸਾਰੀ ਜਿਹੜੀ ਗੇਮ ਆ ਜਿਹੜੀ ਉਹ ਰਲੀ ਹੋਈ ਹੈ। ਇਹ ਸਾਰੀ ਚਾਲ ਜਿਵੇਂ ਹੁਣ ਬੀੜ ਤਲਾਬ ਵਿਖੇ ਉੱਥੇ ਡੇਰਾ ਪ੍ਰੇਮੀ ਆ ਉਹਨਾਂ ਨੇ ਜਿਹੜੀ ਅਰਦਾਸ ਦੇ ਵਿੱਚ ਗੁਰਮੀਤ ਰਾਮ ਰਹੀਮ ਦਾ ਨਾਂ ਲਿਆ, ਮੋਦੀ ਦਾ ਲਿਆ, ਉਹ ਸਮਝ ਲਓ ਸਾਰੀ ਇੱਕ ਚਾਲ ਤਹਿਤ ਹੀ ਸਾਰਾ ਬੁਣਿਆ ਜਾ ਰਿਹਾ ਤਾਣਾ ਬਾਣਾ। ਇਹ ਕੋਈ ਮਤਲਬ ਨਿੱਕੀ ਗੱਲ ਨਹੀਂ ਉੱਥੇ, ਤੇ ਇਹ ਡੇਰਾ ਪ੍ਰੇਮੀਆਂ ਦੀ ਚਾਲ ਆ ਵੀ ਹੁਣ ਇਸ ਮਸਲੇ ਨੂੰ ਹੋਰ ਪਾਸੇ ਲਿਜਾ ਦਿਓ ਤੇ ਸੁਖਬੀਰ ਬਾਦਲ ਨੂੰ ਖੜਾ ਕਰੋ। ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਅਸਲ ਦੋਸ਼ੀ ਜਿਹੜੇ ਸਾਹਮਣੇ ਆਉਣੇ ਚਾਹੀਦੇ ਆ, ਉਹ ਅਸਲ ਦੋਸ਼ੀ ਕੌਣ ਹੈ? ਕਿਉਂਕਿ ਡੇਰਾ ਪ੍ਰੇਮੀ ਦੇ ਜਿਹੜੇ ਪਰਿਵਾਰ ਆ ਉਹਨਾਂ ਨੇ ਵੀ ਇਹੀ ਕਿਹਾ ਕਿ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ। ਸਾਡੇ ਜਿਹੜੇ ਮੈਂਬਰਾਂ ਨੂੰ ਕਿਉਂ ਵਾਰ-ਵਾਰ ਜਿਹੜਾ ਗ੍ਰਿਫਤਾਰ ਕੀਤਾ ਜਾ ਰਿਹਾ? ਅਸਲ ਦੋਸ਼ੀ ਇਹੀ ਹੈ। ਇਹਨਾਂ ਦੇ ਬੈਕਗਰਾਉਂਡ ਜਿਹੜਾ ਉਹ ਅਕਾਲੀ ਦਲ ਹੈ, ਉਹਨਾਂ ਨੇ ਹਮਾਇਤ ਕੀਤੀ ਹੈ, ਉਹਨਾਂ ਨੂੰ ਛਤਰੀ ਦਿੱਤੀ ਹੈ, ਸੁਰੱਖਿਆ ਦੀ ਫੋਟੋਆਂ ਦੀ ਤੇ ਫਿਲਮ ਚਲਾਉਣ ਦੀ ਪ੍ਰਵਾਨਗੀ ਦਿੱਤੀ ਸੀ, ਤੇ ਦੰਗੇ ਭੜਕਾਉਣ ਦੀ ਮੋਗੇ ਦੇ ਵਿੱਚ ਇਹਨਾਂ ਨੇ ਉਦੋਂ ਸਾਰਾ ਕੁਝ ਕੀਤਾ। ਉਹ ਸਾਹਮਣੇ ਇਹਨਾਂ ਦੇ ਪਰਚੇ ਵੀ ਜਿਹੜੇ ਪਹਿਲਾਂ ਵੀ ਇਹਨਾਂ ਤੇ ਹੋਏ ਵੀ ਹੈ, ਇਹ ਕੋਈ ਨਵੇਂ ਥੋੜਾ ਉਦੋਂ ਨਹੀਂ ਬੋਲੇ। ਇਹਨਾਂ ਦੇ ਉੱਤੇ ਪਹਿਲਾਂ ਦੰਗੇ ਭੜਕਾਉਣ ਦੇ, ਸਰਕਾਰੀ ਪ੍ਰਾਪਰਟੀ ਸਾੜਨ ਦੇ, ਇਹਨਾਂ ਦੇ ਉੱਤੇ ਜਿਹੜਾ ਡੇਰਾ ਪ੍ਰੇਮੀ ਸੀ ਬਿੱਟੂ ਵਰਗਿਆਂ ਤੇ ਪਰਚੇ ਦਰਜ ਹੈ। ਉਦੋਂ ਨਾ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ। ਇਹ ਸਿੱਖ ਕੌਮ ਦੇ ਦੋਸ਼ੀ ਹੈ, ਇਹਨਾਂ ਨੇ ਬੇਅਦਬੀ ਕੀਤੀ ਹੈ ਤੇ ਕਰਵਾਈ ਹੈ। ਫਿਲਮ ਚਲਾਉਣ ਬਦਲੇ ਸਾਰਾ ਕੁਝ ਸਿੱਖ ਭਾਵਨਾਵਾਂ ਨੂੰ ਆਰਐਸ ਦੀ ਪਾਲਿਸੀ ਰਾਹੀਂ ਸਾਰਾ ਮੋਦੀ ਨੇ ਜਿਹੜਾ ਸਾਰਾ ਕੁਝ ਤਾਣਾ ਬਾਣਾ ਉਹਨੇ ਬਣਿਆ। ਰਣਜੀਤ ਸਿੰਘ ਜੀ, ਪਿਛਲੇ ਦਿਨੀ ਇੱਕ ਧਿਆਨ ਸਿੰਘ ਮਾਨ ਦਾ ਵੀ ਜਿਹੜਾ ਬਿਆਨ ਆਇਆ ਸੀਗਾ ਕਿ ਅਸੀਂ ਇਹ ਜਿਹੜੀਆਂ ਨਵੀਂ ਸੈੱਟ ਬਣੀ ਹੈ ਗੋਲੀकांड ਨੂੰ ਲੈ ਕੇ ਉਹਦਾ ਸਹਿਯੋਗ ਨਹੀਂ ਕਰੂਗਾ। ਦੂਜੇ ਪਾਸੇ ਪੀੜਤ ਪਰਿਵਾਰ ਆ ਜਿਹੜੇ, ਉਹਨਾਂ ਨੇ ਵੀ ਇਹ ਕਿਹਾ ਕਿ ਅਸੀਂ ਬਹੁਤ ਹੁਣ ਅੱਕ ਤੇ ਥੱਕ ਚੁੱਕੇ ਹਾਂ ਜਿਹੜਾ ਇਹਨਾਂ ਦੀ ਜਾਂਚ ਦੇ ਵਿੱਚ ਸ਼ਾਮਲ ਹੋ ਕੇ, ਤੇ ਹੁਣ ਅਸੀਂ ਇਹਦੇ ਵਿੱਚ ਸ਼ਮੂਲੀਅਤ ਨਹੀਂ ਕਰਾਂਗੇ। ਹੁਣ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਜੇ ਤੁਸੀਂ ਜਿਹੜਾ ਸਹਿਯੋਗ ਹੀ ਨਾ ਦਿਓਗੇ ਤੇ ਜਾਂਚ ਅੱਗੇ ਕਿਵੇਂ ਚੱਲੂਗੀ? ਉਹ ਬਿਲਕੁਲ ਜਿਹੜਾ ਫੈਸਲਾ ਜਥੇਬੰਦੀਆਂ ਨੇ ਲਿਆ, ਉਹ ਹੋਰ ਵੀ ਜਥੇਬੰਦੀਆਂ ਨੇ ਕਿਹਾ ਵੀ ਇੱਕ ਸੈੱਟ ਜਿਹੜੀ ਬਣ ਗਈ ਜਸਟਿਸ ਜੋਰਾ ਸਿੰਘ ਨੇ, ਉਹਨੇ ਬਿਆਨ ਲਈ ਗਿਆ, ਕੋਈ ਰਿਪੋਰਟ ਨਹੀਂ ਦਿੱਤੀ। CBI ਇੱਥੇ 3 ਸਾਲ ਉਲਝਾਈ ਰੱਖਿਆ, ਉਹਨੇ ਕੁਝ ਨਹੀਂ ਕੀਤਾ। ਜੱਜ ਕਾਟਜੂ ਜਿਹੜਾ ਲਾਇਆ ਸੀ ਪ੍ਰਾਈਵੇਟ, ਉਹਨੇ ਰਿਪੋਰਟ ਸਹੀ ਦੇਤੀ ਸੀ। ਉਸ ਤੋਂ ਬਾਅਦ DI ਖਟੜਾ ਬਿਆਨ ਲਈ ਗਿਆ, ਉਸ ਤੋਂ ਬਾਅਦ ਜਿਹੜਾ ਜਸਟਿਸ ਰਣਜੀਤ ਸਿੰਘ ਆ ਗਿਆ, ਤੇ ਉਸ ਤੋਂ ਬਾਅਦ ਕਮਰ ਵਿਜੇ ਪ੍ਰਤਾਪ ਨੇ ਬਿਆਨ ਲਏ। ਲੋਕਾਂ ਨੇ ਚੰਡੀਗੜ੍ਹ ਜਾ ਕੇ ਬਿਆਨ ਦਿੱਤੇ, ਆਪਣਾ ਸਮਾਨ ਜਿਹੜਾ ਨੁਕਸਾਨ ਹੋਇਆ ਸੀ, ਮੋਟਰਸਾਈਕਲ, ਟੈਂਟ ਵਗੈਰਾ ਸਾਰਾ ਕੁਝ, ਬਾਈਬਲ ਦੇ ਲੋਕਾਂ ਨੇ ਬਿਆਨ ਦਿੱਤੇ, ਚਸ਼ਮਦੀਦ ਗਵਾਹਾਂ ਨੇ। ਉਹ ਹੁਣ ਵਾਰ-ਵਾਰ ਥੋੜ੍ਹੋ ਦੇਈ ਜਾਣਗੇ। ਜੇ ਇਹਨਾਂ ਨੇ ਰਿਟ ਪਾਈ ਹੈ ਆਪਣੇ ਨੇ ਗੁਰਦੀਪ ਅੰਧੇਰ ਨੇ, ਤੇ ਉਹ ਬਿਆਨ ਪੁਲਿਸ ਦੇ ਲੈ ਲੈਣ, ਸਾਡੇ ਕੀ ਲੈਣੇ ਆ? ਪੁਲਿਸ ਦੇ ਹੱਕ 'ਚ ਫੈਸਲਾ ਸੁਣਾ ਦੇਣ, ਕਿਉਂਕਿ ਅਸੀਂ ਗੁਲਾਮ ਹੈ ਤੇ ਗੁਲਾਮਾਂ ਦੇ ਨਾਲ ਇਹੀ ਕੁਝ ਹੁੰਦਾ ਹੈ। ਤੇ ਇਹ ਫੈਸਲਾ ਸੀ ਉਹਦੇ ਆਖਿਆ ਸੀ ਸੈੱਟ ਵਾਲਿਆਂ ਨੂੰ ਵੀ ਵਾਰ-ਵਾਰ ਬਿਆਨ ਕੀ ਕਰੋਗੇ? ਬਿਆਨ ਸਾਡੇ ਉਹੀ ਚੱਕ ਲਓ ਜਿੰਨੇ 6-7। ਜੇ ਤੁਹਾਡਾ ਸਹਿਯੋਗ ਮੰਗਿਆ ਜਾਂਦਾ ਹੈ, ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਹਿਯੋਗ ਦਿਓਗੇ ਨਵੀਂ ਸੈੱਟ ਨੂੰ ਕਿ ਨਹੀਂ ਦਿੰਦੇ? ਉਹ 1 ਮਹੀਨੇ ਦਾ ਟਾਈਮ ਦੇਣ, ਪ੍ਰੈਸ ਦੇ ਵਿੱਚ ਸਰਕਾਰ ਦੇ ਸਾਰੀ ਬੈਠ ਕੇ ਗੱਲਬਾਤ ਕਰਨ, ਪੰਥ ਨੂੰ ਵਿਸ਼ਵਾਸ ਦਿਵਾਉਣ। 1 ਮਹੀਨੇ ਦੇ ਵਿੱਚ ਹੀ ਸਾਰਾ ਕੁਝ ਕੱਢਾਂਗੇ, ਫਿਰ ਉਹਦੇ ਬਾਰੇ ਪੰਥ ਸੋਚ ਸਕਦਾ ਹੈ। ਤੇ ਜਿਹੜੀਆਂ ਦੂਜੀਆਂ ਬਾਈਬਲ ਗੋਲੀकांड ਹੈ ਤੇ ਜਿਹੜੀ ਆਪਣੇ ਪਰਮਾਰ ਵਾਲੀ ਹੈ, ਇਹਨੂੰ ਜਿਹੜਾ ਸਹਿਯੋਗ ਆ ਜਿਵੇਂ ਪਹਿਲਾਂ ਰਿਹਾ। ਪਹਿਲੀ ਗੱਲ ਤਾਂ ਸਾਰਾ ਕੁਝ ਸਾਹਮਣੇ ਹੋਇਆ, ਇਹਦੇ ਵਿੱਚ ਸਿੱਟਾਂ ਬਣਾਉਣ ਦੀ ਵਾਰ-ਵਾਰ ਕੀ ਜ਼ਰੂਰਤ ਆ? ਉਹਦੇ ਸੀ ਅਫਸਰ ਆਏ ਸੀ, ਸਾਰਿਆਂ ਨੂੰ ਇਹੀ ਆਖਿਆ, ਅਸੀਂ ਕਿਹਾ ਵੀ ਬਿਆਨ ਤੁਸੀਂ ਲਈ ਜਾਂਦੇ ਆ, ਤੁਸੀਂ ਤਾਂ ਰਿਪੋਰਟ ਦੇਣੀ ਹੈ, ਗਾਂ ਇਹਨੂੰ ਸੁਪਰੀਮ ਕੋਰਟ ਰੱਦ ਕਰ ਦੂ ਜਾਂ ਸਰਕਾਰ ਉਹਨਾਂ ਦੇ ਨਾਲ ਦੋਸ਼ੀਆਂ ਨਾਲ ਰਲੀ ਹੋਈ ਹੈ। ਤੇ ਇਨਸਾਫ ਤਾਂ ਸਾਨੂੰ ਪਹਿਲਾਂ ਵੀ ਨਹੀਂ ਮਿਲਿਆ ਤੇ ਹੁਣ ਵੀ ਮਿਲਣਾ ਨਹੀਂ। ਤੇ ਪਰ ਅਸੀਂ ਜੱਦੋ-ਜਹਿਦ ਅਸੀਂ ਕਰਦੇ ਰਵਾਂਗੇ, ਪਰ ਇਹਨਾਂ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਅਸੀਂ ਉੱਥੋਂ ਇਹਨਾਂ ਨੂੰ ਜ਼ਰੂਰ ਜਿਹੜੀ ਸਜ਼ਾ ਉਹ ਮਿਲੂਗੀ, ਤੇ ਪੰਥ ਦੀ ਕਚਹਿਰੀ 'ਚੋਂ ਵੀ ਇਹਨਾਂ ਨੂੰ ਮਿਲਣੀ ਹੈ। ਕਾਨੂੰਨ ਤੋਂ ਇਹ ਕਿੰਨਾ ਕੁ ਚਿਰ ਬਚ ਜਾਣਗੇ? ਰਾਮ ਰਹੀਮ ਨੂੰ ਦੱਸਿਆ ਜਾ ਰਿਹਾ ਹੈ ਕਿ ਕੁਝ ਘੰਟਿਆਂ ਦੀ ਜਿਹੜੀ ਪਰੋਲ ਮਿਲੀ ਹੈ, ਕਿਵੇਂ ਦੇਖਦੇ ਹੋ?
ਪਰ ਉਹ ਗਲਤ ਹੈ ਜੀ, ਗਲਤ। ਜਾਂ ਤਾਂ ਕਾਨੂੰਨ ਇੱਕੋ ਜਿਹਾ ਹੋਣਾ ਚਾਹੀਦਾ ਜੀ। ਸਿੱਖਾਂ ਲਈ ਕਾਨੂੰਨ ਹੋਰ ਆ, ਅਤੇ ਜਿਹੜੇ ਅਪਰਾਧੀ ਵੱਡੇ ਵੱਡੇ ਅਪਰਾਧੀ ਆ, ਇਹ ਅਪਰਾਧੀ ਆ ਸਰਸੇ ਵਾਲਾ, ਇਹਦੇ ਲਈ ਕਾਨੂੰਨ ਹੋਰ ਬਣ ਗਿਆ। ਆਪਣਾ ਜਥੇਦਾਰ ਹਵਾਰਾ ਸਿੰਘ ਨੂੰ ਕਿੰਨੇ ਸਾਲ ਹੋ ਗਏ, ਉਹਨੂੰ ਤਾਂ ਕਿਤੇ ਪਰੋਲ ਦਿੱਤੀ ਨਹੀਂ ਜੀ। ਉਹਨੇ ਨਾਲੇ ਕੋਈ ਐਡਾ ਸਾਰੇ ਫੈਸਲਿਆਂ 'ਚੋਂ ਬਰੀ ਹੋਇਆ, ਇਹਦਾ ਤਾਂ ਹਜੇ ਫੈਸਲੇ ਆਉਣੇ ਬਾਕੀ ਆ, ਅਤੇ ਇਹਨੂੰ ਪਰੋਲਾਂ ਦੇਈ ਜਾਂਦੇ ਆ, ਗਲਤ ਕਰ ਰਹੇ ਆ ਜੀ। ਇਹ ਸਿੱਖਾਂ ਨੂੰ ਭੜਕਾਉਣ ਵਾਲੀਆਂ ਗੱਲਾਂ ਕਰਦੀ ਆ ਜੀ। ਸਰਕਾਰ ਇਹ ਗੱਲਾਂ ਨਾ ਕਰੇ। ਜੇਕਰ ਗੱਲ ਕਰੀਏ ਜਿਹੜੀ ਪੰਜਾਬ ਸਰਕਾਰ ਹੈ, ਕਾਂਗਰਸ ਜਦੋਂ ਸੱਤਾ ਦੇ ਵਿੱਚ ਆਈ, ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦਾ ਮੁੱਖ ਮੁੱਦਾ ਸੀਗਾ ਗੋਲੀकांड ਦੇ ਜਿਹੜੇ ਹੈਗੇ ਹੈ ਆਰੋਪੀ, ਉਹਨਾਂ ਨੂੰ ਸਾਹਮਣੇ ਲਿਆਵਾਂਗੇ, ਬੇਅਦਬੀ ਨੂੰ ਜਿਹੜੇ ਆਰੋਪੀ ਉਹਨਾਂ ਨੂੰ ਸਾਹਮਣੇ ਲਿਆਵਾਂਗੇ, ਇਨਸਾਫ ਦਿਵਾਵਾਂਗੇ। ਕੀ ਲੱਗਦਾ ਹੁਣ ਤੱਕ ਇਨਸਾਫ ਮਿਲ ਗਿਆ ਜਾਂ ਨਹੀਂ? ਨਾ ਜੀ, ਇਨਸਾਫ ਕਿਹੜਾ ਮਿਲਿਆ? ਇਹ ਤਾਂ ਲੋਕਾਂ ਨੂੰ ਬੁੱਧੂ ਬਣਾ ਲੈਂਦੇ ਆ। ਕਾਂਗਰਸ ਨੇ ਤਾਂ ਗੁਟਕਾ ਸਾਹਿਬ ਦੀ ਸਹੁੰ ਪਾ ਕੇ ਕਿਹਾ ਸੀ ਵੀ ਮੈਂ 3 ਮਹੀਨਿਆਂ ਦੇ ਵਿੱਚ ਸਾਰਾ ਕੁਝ ਬੇਅਦਬੀ ਵਾਲੇ ਵੀ ਸਾਹਮਣੇ ਕਰੂੰ, ਨਸ਼ਾ ਵੀ ਖਤਮ ਕਰੂੰਗਾ। ਇਹ ਤਾਂ ਕੁੱਤੀ ਚੋਰਾਂ ਦੇ ਨਾਲ ਰਲੀ ਹੋਈ ਆ ਜੀ। ਇੱਕੋ ਹੀ ਚੀਜ਼ ਆ ਇਹ ਦੋਵੇਂ। ਇਹ 5 ਸਾਲਾਂ ਹੀ ਕੱਢ ਜਾਂਦੇ ਆ, ਹੁਣ ਫੇਰ ਲੋਕਾਂ ਨੂੰ ਬੁੱਧੂ ਬਣਾਉਣ ਨੂੰ ਫਿਰਦੇ ਆ ਜੀ। ਪਰ ਹੁਣ ਲੋਕ ਬੁੱਧੂ ਨਹੀਂ ਬਣਦੇ, ਕਿਉਂਕਿ ਇਹਨਾਂ ਦੀਆਂ ਚਾਲਾਂ ਦਾ ਪਤਾ ਲੱਗ ਗਿਆ ਦੁਨੀਆ ਨੂੰ। ਇਹ ਸਾਰੇ ਇੱਕੋ ਹੀ ਚੀਜ਼ ਹੈ। ਦੋਵੇਂ ਪਾਰਟੀਆਂ, ਕਾਂਗਰਸ ਹੋਏ, ਅਕਾਲੀ ਹੋਏ, ਆਪ ਵਾਲੇ ਹੋਏ, ਸਾਰੇ ਇਹ ਖੇਡ ਰਹੇ ਆ ਜੀ। ਪਰ ਹੁਣ ਦੁਨੀਆ ਜਾਗ ਚੁੱਕੀ ਆ। ਹੁਣ ਇਹਨਾਂ ਨੂੰ ਪਿੰਡਾਂ ਦੇ ਵਿੱਚ ਜਦੋਂ ਆਉਣਗੇ, ਮੈਂ ਤਾਂ ਪਿੰਡ ਵਾਸੀਆਂ ਨੂੰ ਵੀ ਬੇਨਤੀ ਕਰਦਾ, ਸਾਰੇ ਪੰਜਾਬ ਦਿਆਂ ਨੂੰ, ਵੀ ਇਹ ਜਦੋਂ ਪਿੰਡਾਂ 'ਚ ਆਉਂਦੇ ਇਹਨਾਂ ਨੂੰ ਸਵਾਲ ਕੀਤੇ ਜਾਣ, ਜਾਂ ਇਹਨਾਂ ਦਾ ਪਿੰਡਾਂ ਦੇ ਵਿੱਚੋਂ ਬਾਈਕਾਟ ਕੀਤਾ ਜਾਵੇ ਇਹ ਪਾਰਟੀਆਂ ਦਾ, ਇਹ ਫੇਰ ਲੋਟ ਆਉਣਗੀਆਂ। ਨਹੀਂ, ਆਪਾਂ ਨੂੰ ਸਾਰੀ ਉਮਰ ਇਹ ਐਂ ਮੂਰਖ ਬਣਾਉਂਦੇ ਰਹੇ ਆ, ਅਤੇ ਮੂਰਖ ਬਣਾਉਂਦੇ ਆ। 74 ਸਾਲ ਹੋ ਗਏ ਇਹ ਐਂ ਮੂਰਖ ਬਣਾਈ ਜਾਂਦੇ ਆ ਜੀ। ਇਹਨਾਂ ਨੇ ਕੋਈ ਅੱਜ ਤਾਈਂ ਸਹੀ ਕੰਮ ਨਹੀਂ ਕੀਤਾ। ਪੰਜਾਬ ਦਾ ਬੇੜਾ ਗਰਕ ਕਰਤਾ ਜਮਾ। ਇਹਨਾਂ ਨੇ ਪੰਜਾਬ ਵੇਚਤਾ ਸਾਰਾ ਜੀ। ਕਿਤੇ ਨਾ ਕਿਤੇ ਹੈ ਮਾੜੀ ਮੋਟੀ ਆਸ ਜਿਹੜੀਆਂ ਤਿੰਨੋਂ ਮਾਮਲਿਆਂ ਦੇ ਲਈ, ਜਿਹੜੀਆਂ ਨਵੀਆਂ ਜਿਹੜੀਆਂ SITs ਦਾ ਗਠਨ ਕੀਤਾ ਗਿਆ, ਤਿੰਨੋਂ ਮਾਮਲਿਆਂ ਦੀਆਂ ਬਣਾਈਆਂ ਗਈਆਂ, ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਮਿਲੇਗਾ? ਨਹੀਂ ਜੀ, ਸਾਨੂੰ ਕੋਈ ਆਸ ਨਹੀਂ ਵੀ ਇਨਸਾਫ ਮਿਲੂਗਾ। ਇਹ ਗੋਂਗਲੀਆਂ ਤੋਂ ਮਿੱਟੀ ਝਾੜਦੀ ਆ ਜੀ। ਉਦੋਂ ਨੂੰ ਚੋਣ ਜਾਬਤਾ ਲੱਗ ਜਾਣਾ, ਬਸ ਇਹਨਾਂ ਨੇ ਐਂ ਟਾਈਮ ਟਪਾਉਣਾ ਜੀ, ਹੋਰ ਕੋਈ ਗੱਲ ਨਹੀਂ। ਇਹ ਤਾਂ ਤੁਸੀਂ ਸੁਣਿਆ, ਇਹ ਜਿਹੜੇ ਸਿੱਖ ਜਿਹੜੇ ਜਥੇਬੰਦੀਆਂ ਦੇ ਲਗਾਤਾਰ ਜਿਹੜੇ ਇਨਸਾਫ ਪਸੰਦ ਲੋਕ ਹੈ, ਇਨਸਾਫ ਮੰਗ ਰਹੇ ਆ। ਇਹਨਾਂ ਦਾ ਅੱਜ ਇਕੱਠੇ ਹੋਣ ਦਾ ਇੱਕ ਇਹੀ ਮਕਸਦ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ, ਕਿਉਂਕਿ ਉਹਨਾਂ ਦਾ ਨਾਲ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਜਦੋਂ ਆਈ ਹੈ ਸੱਤਾ ਦੇ ਵਿੱਚ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਮੁੱਖ ਮੁੱਦਾ ਸੀਗਾ ਇਨਸਾਫ ਦਿਵਾਉਣ ਦੀ ਗੱਲ ਕਹੀ ਸੀ। ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਅਤੇ ਜਿਹੜੀਆਂ ਤਿੰਨੋਂ ਮਾਮਲਿਆਂ ਦੀਆਂ ਜਿਹੜੀਆਂ ਨਵੀਆਂ SITs ਦਾ ਗਠਨ ਕੀਤਾ ਗਿਆ, ਉਹਨਾਂ ਬਾਰੇ ਵੀ ਇਹਨਾਂ ਨੇ ਕਿਹਾ ਕਿ ਜੇਕਰ 4.5 ਸਾਲ ਦੇ ਵਿੱਚ ਉਹਨਾਂ ਨੂੰ ਇਨਸਾਫ ਨਹੀਂ ਉਹ ਦਵਾ ਸਕੀਆਂ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਇਨਸਾਫ ਮਿਲਦਾ ਦਿਖਾਈ ਨਹੀਂ ਦੇ ਰਿਹਾ। ਉਹਨਾਂ ਦਾ ਇੱਕੋ ਕਹਿਣਾ ਕਿ ਲੋਕਾਂ ਦੀ ਕਚਹਿਰੀ ਦੇ ਵਿੱਚ ਉਸ ਪਰਮਾਤਮਾ 'ਤੇ ਇਹਨਾਂ ਨੂੰ ਆਸ ਹੈ, ਉਹੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਨਸਾਫ ਦਵਾ ਸਕਦਾ ਹੈ। ਗੁਰਜੀਤ ਸਿੰਘ ਰਮਾਣਾ, ਗਲੋਬਲ ਪੰਜਾਬ TV, ਫਰੀਦਕੋਟ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ Android ਜਾਂ iOS ਤੇ ਫ੍ਰੀ ਵਿੱਚ, Roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।